ਸਵਾਗਤ ਕਰਦੀ ਹਾਂ ਪਿਆਰੇ ਸਾਥੀਓ ਸਭ ਦਾ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਐਮਏ ਪੰਜਾਬੀ ਪੇਪਰ 2 ਸੂਫੀ ਕਾਵ ਦੇ ਵਿੱਚ ਜਿਹੜਾ ਆਪਾਂ ਨੂੰ ਇੱਕ ਸਵਾਲ ਹੈ ਨਾ, ਬੁੱਲੇ ਸ਼ਾਹ ਜੀਵਨ ਤੇ ਵਿਚਾਰਧਾਰਾ, ਉਸ ਪ੍ਰਸ਼ਨ ਨੂੰ ਮੈਂ ਉਹਦਾ ਉੱਤਰ ਜਿਹੜਾ ਤਿਆਰ ਕੀਤਾ ਹੈ ਟੈਲੀਗ੍ਰਾਮ ਦੇ ਵਿੱਚੋਂ ਬਿਕਰਮ ਸਿੰਘ ਘੁੰਮਣ ਦੀ ਕਿਤਾਬ ਤੋਂ, ਤੇ ਕੁਛ ਗਾਈਡ ਵਗੈਰਾ ਸੀਗੀ। ਠੀਕ ਹੈ, ਤਾਂ ਜਿਹਨੂੰ ਚਾਹੀਦਾ ਹੋਇਆ ਤਾਂ ਇਹਨੂੰ ਕਰ ਲੈਣਾ। ਠੀਕ ਹੈ ਜੀ, ਨੋਟ ਕਰ ਲੈਣਾ ਆਪਣੀ ਕਾਪੀਜ਼ 'ਤੇ ਆਪਣਾ ਇੱਕ ਸਵਾਲ ਤਿਆਰ ਹੋ ਜਾਣਾ 16 ਨੰਬਰ ਦਾ। ਠੀਕ ਹੈ, ਹੋਰ ਵੀ ਤੁਸੀਂ ਆਪਣਾ ਐਕਸਟਰਾ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਠੀਕ ਹੈ, ਤਾਂ ਕਰਦੇ ਹਾਂ ਬਈ। ਇੱਕ ਜ਼ਰੀਆ ਆ ਨੋਟਸ ਪ੍ਰੋਵਾਈਡ ਕਰਵਾਉਣ ਦਾ। ਠੀਕ ਹੈ ਜੀ, ਹੋਰ ਨਾ ਇਹ ਨਾ ਸਮਝਣਾ ਕਿ ਜੇ ਆਪਾਂ ਸਿੱਖ ਹੀ ਰਹੇ ਹਾਂ ਨਾ, ਠੀਕ ਹੈ ਸਾਰੇ ਜਣੇ, ਚਲੋ ਮਤਲਬ ਐਮਏ ਕਰਦੇ ਵਿਦਿਆਰਥੀਆਂ ਨੂੰ ਲੋੜ ਪਵੇਗੀ ਨਾ ਇਸ ਚੀਜ਼ ਦੀ, ਨੋਟਸ ਨਹੀਂ ਮਿਲਦੇ। ਹਾਂਜੀ, ਜਾਣ ਪਛਾਣ, ਪਹਿਲਾਂ ਜਾਣ ਪਛਾਣ ਆਪਾਂ ਉਹਦੇ ਵਿੱਚ ਲਿਖਾਂਗੇ। ਠੀਕ ਹੈ, ਬੁੱਲੇ ਸ਼ਾਹ, ਵੈਸੇ ਤਾਂ ਇਹ ਇਲੈਕਟਿਵ ਪੰਜਾਬੀ BA ਦੇ ਵਿੱਚ ਵੀ ਆਪਾਂ ਪੜ੍ਹਿਆ ਹੋਇਆ ਵਾ। ਠੀਕ ਹੈ, ਉਦੋਂ ਆਪਣਾ ਧਿਆਨ ਨਹੀਂ ਨਾ ਜ਼ਿਆਦਾ ਹੁੰਦਾ ਜਦੋਂ ਆਪਾਂ ਜਿਸ ਕਲਾਸ 'ਚ ਹੁੰਦੇ ਹਾਂ, ਫਿਰ ਬਾਅਦ 'ਚ ਉਹਦੀ ਲੋੜ ਮਹਿਸੂਸ ਹੁੰਦੀ ਆ। ਠੀਕ ਹੈ, ਬੁੱਲੇ ਸ਼ਾਹ ਪੰਜਾਬੀ ਸੂਫੀ ਕਾਵਧਾਰਾ ਦਾ ਸਿਰਕੱਢ ਕਵੀ ਹੈ। ਉਸਨੂੰ ਸੂਫੀ ਕਵੀਆਂ ਦਾ ਸਰਤਾਜ ਵੀ ਕਿਹਾ ਜਾਂਦਾ ਹੈ। ਉਸਦੀ ਕਵਿਤਾ ਨਾਲ ਪੰਜਾਬੀ ਸੂਫੀ ਕਵਿਤਾ ਸਿਖਰ 'ਤੇ ਪਹੁੰਚ ਜਾਂਦੀ ਹੈ। ਬੁੱਲੇ ਸ਼ਾਹ ਸੂਫੀ ਕਾਵ ਦਾ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਕਰਨ ਵਾਲਾ ਕਵੀ ਹੈ। ਉਸ ਤੋਂ ਬਾਅਦ ਸੂਫੀ ਕਾਵ ਨੂੰ ਢਾਹ ਲੱਗਣੀ ਸ਼ੁਰੂ ਹੋਈ। ਠੀਕ ਹੈ, ਸੂਫੀ ਮਤ ਦਾ ਉਹ ਅਖੀਰਲਾ ਪ੍ਰਸਿੱਧ ਕਵੀ ਹੈ। ਅੱਗੇ ਹੈ ਵੀ ਬੁੱਲੇ ਸ਼ਾਹ ਜੀ ਦੀਆਂ ਰਚਨਾਵਾਂ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਉਸ ਦੀਆਂ ਕਾਫੀਆਂ ਨੂੰ ਮਿਲੀ ਹੈ। ਉਸ ਦੀਆਂ ਰਚੀਆਂ ਕਾਫੀਆਂ ਨੂੰ ਪੰਜਾਬੀ ਅਧਿਆਤਮਕ ਕਾਵਿ ਵਿੱਚ ਬਹੁਤ ਮਾਣ ਹਾਸਲ ਹੋਇਆ ਹੈ। ਪੰਜਾਬ ਦਾ ਕੋਈ ਹੀ ਵਿਰਲਾ ਘਰ ਹੋਵੇਗਾ ਜਿੱਥੇ ਬੁੱਲੇ ਸ਼ਾਹ ਨੂੰ ਨਾ ਸੁਣਿਆ, ਪੜ੍ਹਿਆ ਜਾਂ ਗਾਇਆ ਜਾਂਦਾ ਹੋਵੇ। ਬੁੱਲੇ ਸ਼ਾਹ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਸੂਫੀ ਕਵੀ ਹੈ। ਉਸ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਵਡਮੁੱਲਾ ਖਜ਼ਾਨਾ ਹੈ। ਬੁੱਲੇ ਸ਼ਾਹ ਦਾ ਸਮਾਂ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਹੈ ਜਾਂ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ। ਸਰੋਤਿਆਂ ਉੱਤੇ ਸਭ ਤੋਂ ਵੱਧ ਪ੍ਰਭਾਵ ਬੁੱਲੇ ਸ਼ਾਹ ਦਾ ਹੈ। ਅੱਜ ਵੀ ਬੁੱਲੇ ਸ਼ਾਹ ਦੀਆਂ ਕਾਫੀਆਂ ਗਾਈਆਂ ਜਾਂਦੀਆਂ ਹਨ, ਸੁਣੀਆਂ ਜਾਂਦੀਆਂ ਹਨ। ਠੀਕ ਹੈ ਜੀ, ਅੱਗੇ ਆਪਾਂ ਲਿਖਾਂਗੇ ਹੈਡਿੰਗ ਜਨਮ ਅਤੇ ਮੁੱਢਲਾ ਜੀਵਨ। ਬੁੱਲੇ ਸ਼ਾਹ 17ਵੀਂ ਸਦੀ ਦਾ ਕਵੀ ਹੈ। ਜਦੋਂ ਆਪਾਂ ਕੰਪੀਟੀਟਿਵ ਐਗਜ਼ਾਮ UGC ਨੈਟ ਵਗੈਰਾ ਦਿੰਦੇ ਹਾਂ ਨਾ, ਉਹਦੇ ਵਿੱਚ ਆਪਾਂ ਨੂੰ ਫਿਰ ਜਦੋਂ ਆਪਾਂ ਆਲੇ ਦੁਆਲੇ ਆਪਣੇ ਸਾਥੀਆਂ ਨੂੰ ਦਿੰਦੇ, ਟੈਸਟ ਦਿੰਦੇ, ਦੇਖਦੇ ਨਾ, ਤਾਂ ਪਤਾ ਲੱਗਦਾ ਕਿ ਉਹ ਇਸ ਤਰ੍ਹਾਂ ਦੇ ਸਵਾਲ ਯਾਦ ਕਰਦੇ ਆ। ਆਪਾਂ ਹੁਣੇ ਤੋਂ ਹੀ ਉਸ ਲੈਵਲ ਦੀ ਤਿਆਰੀ ਕਰਨੀ ਹੈ। ਠੀਕ ਹੈ, ਬੁੱਲੇ ਸ਼ਾਹ 17ਵੀਂ ਸਦੀ ਦਾ ਕਵੀ ਹੈ। ਡਾਕਟਰ ਬਿਕਰਮ ਸਿੰਘ ਘੁੰਮਣ, ਜਿਨ੍ਹਾਂ ਦੀ ਆਪਾਂ ਕਿਤਾਬ 'ਚੋਂ ਇਹ ਕਰ ਰਹੇ ਹਾਂ, ਅਨੁਸਾਰ ਬੁੱਲੇ ਸ਼ਾਹ ਦਾ ਮੁੱਢਲਾ ਨਾਮ ਅਬਦੁੱਲਾ ਹੈ। ਇਸ ਤੋਂ ਪਿੱਛੋਂ ਸੈਦ ਬੁੱਲੇ ਸ਼ਾਹ, ਬਾਬਾ ਬੁੱਲੇ ਸ਼ਾਹ, ਬੁੱਲਾ ਨਾਵਾਂ ਨਾਲ ਪ੍ਰਸਿੱਧ ਹੋਇਆ ਹੈ। ਬੁੱਲੇ ਸ਼ਾਹ ਦਾ ਜਨਮ ਪਾਕਿਸਤਾਨ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਨੇੜੇ ਪਾਂਡੋ ਕੇ ਨਾਮੀ ਪਿੰਡ ਵਿੱਚ 1680 ਈਸਵੀ, ਠੀਕ ਹੈ ਜੀ, 1170 ਹਿਜਰੀ ਦੇ ਮੁਤਾਬਕ ਨੂੰ ਹੋਇਆ ਹੈ। ਠੀਕ ਹੈ, ਇੱਕ ਰਵਾਇਤ ਅਨੁਸਾਰ ਬੁੱਲੇ ਸ਼ਾਹ ਦਾ ਜਨਮ ਰਿਆਸਤ ਬਹਾਵਲਪੁਰ ਦੇ ਪਿੰਡ ਉੱਚ ਗਿਲਾਨੀਆਂ ਵਿੱਚ ਹੋਇਆ ਹੈ। ਉਹ ਹਜੇ 6 ਮਹੀਨੇ ਦਾ ਹੀ ਸੀ ਕਿ ਉਸਦੇ ਮਾਤਾ ਪਿਤਾ ਉੱਚ ਗਿਲਾਨੀਆਂ ਛੱਡ ਕੇ ਮਲਕਵਾਲ ਤੇ ਫਿਰ ਪਾਂਡੋ ਕੇ ਲਾਹੌਰ ਆ ਵਸੇ। ਬੁੱਲੇ ਸ਼ਾਹ ਇੱਕ ਸੈਦ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਸਦੇ ਪਿਤਾ ਦਾ ਨਾਂ ਸੈਦ ਮੁਹੰਮਦ ਜਾਂ ਮੀਆਂ ਮੁਹੰਮਦ ਦਰਵੇਸ਼ ਹੈ। ਉਹ ਪੜ੍ਹਾਉਣ ਦਾ ਕੰਮ ਕਰਦੇ ਸਨ। ਮੁਹੰਮਦ ਦਰਵੇਸ਼ ਬਹੁਤ ਹੀ ਨੇਕ ਦਿਲ ਤੇ ਪ੍ਰਭੂ ਵਿਅਕਤੀ ਸਨ। ਉਹ ਬੁੱਲੇ ਸ਼ਾਹ ਨੂੰ ਉਚੇਰੀ ਵਿੱਦਿਆ ਦੇਣਾ ਚਾਹੁੰਦੇ ਸਨ। ਇਹ ਉਹਨਾਂ ਦੀ ਪ੍ਰਮੁੱਖ ਰੀਝ ਸੀਗੀ। ਦੇਖੋ, ਉਹਨਾਂ ਦੇ ਫਾਦਰ ਸਾਹਿਬ ਵੀ ਉਹਨਾਂ ਨੂੰ ਕਾਫੀ ਸਪੋਰਟ ਕਰ ਰਹੇ ਸੀ ਨਾ। ਠੀਕ ਹੈ ਨਾ, ਤਾਂ ਪਰਿਵਾਰ ਦਾ ਪ੍ਰਭਾਵ ਹੁੰਦਾ। ਬੁੱਲੇ ਸ਼ਾਹ ਕੇਵਲ ਕਵੀ ਹੀ ਨਹੀਂ ਸਗੋਂ ਇੱਕ ਉੱਚਾ ਫਕੀਰ ਵੀ ਸੀ। ਉਸ ਦੀ ਫਕੀਰੀ ਨੇ ਹੀ ਉਸ ਨੂੰ ਕਵੀ ਬਣਾਇਆ ਤੇ ਉਸ ਦੀ ਕਵਿਤਾ ਨੇ ਉਸ ਦੀ ਫਕੀਰੀ ਦੀਆਂ ਧੂਮਾਂ ਪਾ ਦਿੱਤੀਆਂ। ਇਹ ਲਾਈਨਾਂ ਕਿੰਨੀਆਂ ਸੋਹਣੀਆਂ ਲਿਖੀਆਂ ਨਾ, ਮਤਲਬ ਬੁੱਕ 'ਚੋਂ ਲਈਆਂ ਨੇ, ਬਹੁਤ ਸੋਹਣੀਆਂ ਲੱਗੀਆਂ। ਹਾਂਜੀ, ਬੁੱਲੇ ਸ਼ਾਹ ਢਲ ਦੇ ਮੁਗਲ ਕਾਲ ਦਾ ਕਵੀ ਹੈ। ਠੀਕ ਹੈ, ਢਲ ਦੇ ਮੁਗਲ ਕਾਲ ਦਾ। ਉਸ ਸਮੇਂ ਭਾਰਤ 'ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ। ਪੰਜਾਬ ਵਿੱਚ ਮੁਗਲ ਰਾਜ ਉਤਰਾਅ ਅਤੇ ਸਿੱਖ ਮਿਸਲਾਂ ਦੇ ਚੜ੍ਹਾਅ ਬਾਰੇ ਉਸ ਦੀਆਂ ਰਚਨਾਵਾਂ ਵਿੱਚੋਂ ਕਈ ਇਸ਼ਾਰੇ ਮਿਲਦੇ ਹਨ, ਜਿਵੇਂ ਦਰ ਖੁੱਲ੍ਹਾ ਹਸ਼ਰ ਅਜਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ। ਸਿੱਖਿਆ, ਇਹਨਾਂ ਦੀ ਐਜੂਕੇਸ਼ਨ ਬਾਰੇ ਆਪਾਂ ਗੱਲ ਕਰਾਂਗੇ। ਛੋਟੀ ਉਮਰ ਵਿੱਚ ਹੀ ਬੁੱਲਾ ਸ਼ਾਹ ਫਕੀਰੀ ਸੁਭਾਅ ਅਤੇ ਸੂਫੀ ਖਿਆਲਾਂ ਦਾ ਮਾਲਿਕ ਸੀ। ਬਚਪਨ ਵਿੱਚ ਉਹ ਡੰਗਰ ਚਾਰਿਆ ਕਰਦਾ ਸੀ। ਉਸਨੇ ਆਪਣੀ ਮੁੱਢਲੀ ਤਾਲੀਮ ਆਪਣੇ ਪਿਤਾ ਪਾਸੋਂ ਹਾਸਿਲ ਕੀਤੀ। ਫਿਰ ਉਹ ਉਚੇਰੀ ਪੜ੍ਹਾਈ ਲਈ ਕਸੂਰ ਗਿਆ। ਉੱਥੇ ਜਾ ਕੇ ਉਹ ਹਜ਼ਰਤ ਗੁਲਾਮ ਮੁਰਤਜ਼ਾ ਦਾ ਚੇਲਾ ਬਣਿਆ। ਕਿਹਨਾਂ ਦਾ? ਹਜ਼ਰਤ ਗੁਲਾਮ ਮੁਰਤਜ਼ਾ ਦਾ। ਬੁੱਲੇ ਸ਼ਾਹ ਨੇ ਕਸੂਰ ਰਹਿੰਦਿਆਂ ਕੁਰਾਨ ਸ਼ਰੀਫ ਦਾ ਡੂੰਘਾ ਅਧਿਐਨ ਕੀਤਾ।
ਉਹਨਾਂ ਦਿਨਾਂ ਵਿੱਚ ਕਸੂਰ ਅਰਬੀ ਫਾਰਸੀ ਤੇ ਇਸਲਾਮੀ ਵਿਦਿਆ ਦਾ ਸਿੱਖਿਆ ਦਾ ਕੇਂਦਰ ਪ੍ਰਸਿੱਧ ਕੇਂਦਰ ਸੀ। ਬੁੱਲੇ ਸ਼ਾਹ ਨੂੰ ਕਸੂਰ ਵਿੱਚ ਰਹਿੰਦਿਆਂ ਜਿਹੜਾ ਅਧਿਆਤਮਕ ਜੀਵਨ ਬੁੱਲੇ ਸ਼ਾਹ ਨੇ ਕਸੂਰ ਵਿੱਚ ਰਹਿੰਦਿਆਂ ਜਿਹੜਾ ਅਧਿਆਤਮਕ ਜੀਵਨ ਬਤਾਇਆ ਉਸਨੇ ਉਸ ਅੰਦਰ ਪਰਮਾਤਮਾ ਲਈ ਖਿੱਚ ਪੈਦਾ ਕਰ ਦਿੱਤੀ। ਇਸੇ ਕਰਕੇ ਇਸੇ ਖਿੱਚ ਨੇ ਉਸਦੇ ਮਨ ਦੀਆਂ ਮੁਹਾਰਾਂ ਪ੍ਰਭੂ ਦੀ ਭਾਲ ਵੱਲ ਮੋੜ ਦਿੱਤੀਆਂ। ਉਹ ਖੋਜੀ ਬਣ ਗਿਆ। ਠੀਕ ਹੈ ਜੀ। ਅੱਗੇ ਮੁਰਸ਼ਦ ਦੀ ਭਾਲ ਉਚੇਰੀ ਵਿੱਦਿਆ ਹਾਸਲ ਕਰਨ ਪਿੱਛੋਂ ਉਸਨੇ ਮੁਰਸ਼ਦ ਦੀ ਭਾਲ ਸ਼ੁਰੂ ਕੀਤੀ। ਪ੍ਰਭੂ ਦੀ ਭਾਲ ਤੇ ਮੁਰਸ਼ਦ ਦੀ ਭਾਲ ਵਿੱਚ ਉਹ ਲਾਹੌਰ ਪੁੱਜਾ। ਉੱਥੇ ਉਹ ਪੀਰ ਸ਼ਾਹ ਅਨਾਇਤ ਕਾਦਰੀ ਨੂੰ ਮਿਲਿਆ। ਬੁੱਲੇ ਸ਼ਾਹ ਨੇ ਪੀਰ ਸ਼ਾਹ ਅਨਾਇਤ ਕਾਦਰੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ। ਪੀਰ ਸ਼ਾਹ ਅਨਾਇਤ ਕਾਦਰੀ ਅਰਾਈ ਜਾਤ ਨਾਲ ਸੰਬੰਧ ਰੱਖਦੇ ਸਨ। ਕਿਹੜੀ ਜਾਤ ਨਾਲ? ਅਰਾਈ ਜਾਤ ਨਾਲ। ਉਹ ਉਸ ਸਮੇਂ ਦੇ ਪ੍ਰਸਿੱਧ ਵਿਦਵਾਨਾਂ ਤੇ ਲੇਖਕਾਂ ਵਿੱਚੋਂ ਇੱਕ ਸਨ। ਸ਼ਾਹ ਅਨਾਇਤ ਜੀ ਪਹਿਲਾਂ ਕਸੂਰ ਹੀ ਰਹਿੰਦੇ ਸਨ, ਪਰੰਤੂ ਕਸੂਰ ਦੇ ਨਵਾਬ ਦੇ ਨਾਲ ਥੋੜ੍ਹਾ ਮਤਭੇਦ ਹੋਣ ਦੇ ਕਾਰਨ ਉਹ ਲਾਹੌਰ ਆ ਕੇ ਰਹਿਣ ਲੱਗ ਪਏ। ਮੁਰਸ਼ਦ ਦੀ ਪ੍ਰਾਪਤੀ ਵਿੱਚ ਬੁੱਲੇ ਸ਼ਾਹ ਪ੍ਰਭੂ ਪ੍ਰੇਮ ਵਿੱਚ ਰੰਗਿਆ, ਮਸਤ ਹੋਇਆ, ਨੱਚਣ ਗਾਉਣ ਲੱਗਾ। ਪੀਰ ਸ਼ਾਹ ਅਨਾਇਤ ਨੇ ਰੱਬ ਦੀ ਪ੍ਰਾਪਤੀ ਦੇ ਸੰਬੰਧ ਵਿੱਚ ਬੁੱਲੇ ਸ਼ਾਹ ਨੂੰ ਇਹ ਸਿੱਖਿਆ ਦਿੱਤੀ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ। ਠੀਕ ਹੈ ਜੀ। ਭਾਵ ਕਿ ਪ੍ਰਭੂ ਪ੍ਰਾਪਤੀ ਲਈ ਮਨ ਦੀਆਂ ਮੁਹਾਰਾਂ ਨੂੰ ਦੁਨੀਆ ਵੱਲੋਂ ਮੋੜ ਕੇ ਰੱਬ ਵੱਲ ਲਾਉਣ ਦੀ ਲੋੜ ਹੈ। ਬੁੱਲੇ ਸ਼ਾਹ ਇੱਕ ਪੱਕਾ ਚੇਲਾ ਸਾਬਤ ਹੋਇਆ। ਉਸਨੇ ਉਦੋਂ ਹੀ ਆਪਣੇ ਮਨ ਨੂੰ ਦੁਨੀਆ ਤੋਂ ਮੋੜ ਕੇ ਰੱਬ ਵੱਲ ਲਾਉਣ ਦਾ ਅਭਿਆਸ ਸ਼ੁਰੂ ਕਰ ਦਿੱਤਾ। ਮੁਰਸ਼ਦ ਵਿੱਚ ਵਿਸ਼ਵਾਸ। ਬੁੱਲੇ ਸ਼ਾਹ ਨੂੰ ਆਪਣੇ ਮੁਰਸ਼ਦ 'ਤੇ ਬਹੁਤ ਪੱਕਾ ਵਿਸ਼ਵਾਸ ਸੀ। ਉਹ ਆਪਣੇ ਕਲਿਆਣ ਦੀ ਦਵਾ ਆਪਣੇ ਮੁਰਸ਼ਦ ਨੂੰ ਹੀ ਮੰਨਦਾ ਸੀ। ਉਹ ਆਪਣੀ ਰਚਨਾ ਵਿੱਚ ਥਾਂ ਆਪਣੇ ਮੁਰਸ਼ਦ ਦਾ ਜ਼ਿਕਰ ਕਰਦਾ ਹੈ। ਮੇਰਾ ਮੁਰਸ਼ਦ ਸ਼ਾਹ ਇਨਾਇਤ ਉਹ ਲੰਘਾਏ ਪਾਰ, ਬੁੱਲੇ ਸ਼ਾਹ ਉਹ ਨੀਚ ਕਮੀਨੀ, ਸ਼ਾਹ ਇਨਾਇਤ ਤਾਰੀ, ਸ਼ਾਹ ਇਨਾਇਤ ਕੁੰਡੀਆਂ ਪਾਈਆਂ, ਲੁਕ ਛਿਪ ਖਿੱਚਦਾ ਡੋਰ। ਠੀਕ ਹੈ ਜੀ। ਇਹ 17 ਇੰਪੋਰਟੈਂਟ ਆਪਾਂ 17 ਵਿੱਚ ਪਾਵਾਂਗੇ ਜ਼ਿਆਦਾ, ਹੈ ਨਾ, ਫਿਰ ਜ਼ਿਆਦਾ ਇਫੈਕਟਿਵ ਜਿਹੜਾ ਆਨਸਰ ਹੈ ਉਹ ਬਣੇਗਾ। ਅਗਲਾ ਹੈ ਬੁੱਲੇ ਸ਼ਾਹ ਮਸਤ ਹੋ ਕੇ ਲੋਰ ਵਿੱਚ ਇਵੇਂ ਗਾਉਂਦਾ ਹੈ ਕਿ ਲੋਕ ਇਕੱਠੇ ਹੋ ਜਾਂਦੇ ਹੈ ਅਤੇ ਉਸ ਨੂੰ ਸੁਣ ਕੇ ਝੂਮਣ ਲੱਗ ਪੈਂਦੇ ਸਨ। ਬੁੱਲਾ ਕਿਉਂਕਿ ਇੱਕ ਸੈਯਦ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ। ਕਿਹੜੇ ਪਰਿਵਾਰ ਨਾਲ? ਸੈਯਦ ਪਰਿਵਾਰ ਦੇ ਨਾਲ। ਇਸ ਕਰਕੇ ਉਸਦੇ ਅੱਗੇ ਅੰਗਾ ਸਾਕਾਂ ਨੂੰ ਉਸ ਦੀਆਂ ਇਹ ਗੱਲਾਂ ਠੀਕ ਨਾ ਲੱਗੀਆਂ ਕਿ ਉਹ ਮਲੰਗਾ ਵਾਂਗ ਫਿਰਦਾ ਹੈ ਅਤੇ ਇੱਕ ਨੀਵੀਂ ਜਾਦੇ ਅਰਾਈ ਨੂੰ ਮੁਰਸ਼ਦ ਬਣਾ ਬੈਠਾ ਹੈ। ਇਸ ਗੱਲ ਨੂੰ ਬੁੱਲੇ ਸ਼ਾਹ ਨੇ ਆਪਣੀ ਇੱਕ ਕਾਫੀ ਵਿੱਚ ਪੇਸ਼ ਕਰਦਾ ਹੈ। ਬੁੱਲੇ ਸ਼ਾਹ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ, ਆਲ ਨਬੀ ਔਲਾਦ ਅਲੀ ਦੀ ਬੁੱਲਿਆ ਤੂੰ ਕੀ ਲੀਕਾਂ ਲਾਈਆਂ, ਮੰਨ ਲੈ ਬੁੱਲਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆ। ਠੀਕ ਹੈ ਨਾ। ਇਹ ਅਕਸਰ ਨੂਰਾ ਜੋਤੀ ਨੂੰ ਆਪਾਂ ਸੁਣਦੇ ਹਾਂ ਨਾ, ਨੂਰਾ ਸਿਸਟਰਸ ਗਾਉਂਦੀਆਂ, ਉਹ ਇਹ ਅਕਸਰ ਕਾਫੀ ਗਾਉਂਦੀਆਂ ਨੇ। ਠੀਕ ਹੈ। ਪਰ ਬੁੱਲੇ ਅੰਦਰ ਆਪਣੇ ਮੁਰਸ਼ਦ ਪ੍ਰਤੀ ਪਿਆਰ ਦੀ ਇੰਨੀ ਖਿੱਚ ਸੀ ਕਿ ਉਹ ਆਪਣੇ ਉੱਚ ਘਰਾਣੇ ਦੀ ਪਰਵਾਹ ਨਾ ਕਰਦਾ ਅਤੇ ਆਪਣੇ ਆਪ ਨੂੰ ਮੁਰਸ਼ਦ ਕਬੀਲੇ ਨਾਲ ਹੀ ਜੋੜਦਾ। ਉਹ ਲਿਖਦਾ ਹੈ, ਜਿਹੜਾ ਸਾਨੂੰ ਸੈਯਦ ਆਖੇ ਦੋਜਖ ਮਿਲਣ ਸਜਾਈਆਂ, ਜਿਹੜਾ ਸਾਨੂੰ ਰਾਈ ਆਖੇ ਬਹਿਸ਼ਤੀ ਪੀਂਘਾਂ ਪਾਈਆਂ। ਮੁਰਸ਼ਦ ਦਾ ਵਿਛੋੜਾ। ਪੀਰ ਸ਼ਾਹ ਇਨਾਇਤ ਕਾਦਰੀ ਜੀ ਬੁੱਲੇ ਸ਼ਾਹ ਨਾਲ ਨਾਰਾਜ਼ ਹੋ ਗਏ। ਉਹਨਾਂ ਬੁੱਲੇ ਨੂੰ ਆਪਣੇ ਡੇਰੇ 'ਚੋਂ ਕੱਢ ਦਿੱਤਾ। ਉਹਨਾਂ ਬੁੱਲੇ ਨੂੰ ਆਪਣੇ ਡੇਰੇ ਵਿੱਚੋਂ ਕੱਢ ਦਿੱਤਾ ਅਤੇ ਵਿਛੋੜੇ ਦੀ ਤੜਪ ਵਿੱਚ ਬੁੱਲਾ ਤੜਫ ਉੱਠਿਆ। ਉਸਨੇ ਵਿਛੋੜੇ ਵਿੱਚ ਬਹੁਤ ਸਾਰੀਆਂ ਕਾਫੀਆਂ ਰਚੀਆਂ। ਬੌੜੀ ਵੇ ਤਬੀਬਾ ਮੈਡੀ ਜ਼ਿੰਦ ਗਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਇਸ਼ਕ ਡੇਰਾ ਮੇਰਾ ਅੰਦਰ ਕੀਤਾ, ਭਰ ਕੇ ਜ਼ਹਿਰ ਪਿਆਲਾ ਪੀਤਾ। ਠੀਕ ਹੈ ਜੀ। ਇਹ ਮੁਰਸ਼ਿਦ ਵਿਛੋੜੇ ਦਾ ਸਮਾਂ ਬੁੱਲੇ ਲਈ ਸੂਲਾਂ ਉੱਤੇ ਸੌਣ ਬਰਾਬਰ ਸੀ। ਉਹ ਸਾਲ ਇੱਕ ਜੰਗਲਾਂ ਦੀ ਖਾਕ ਛਾਣਦਾ ਫਿਰਿਆ। ਇਸ ਸਮੇਂ ਦੌਰਾਨ ਲਿਖੀਆਂ ਉਸਦੀਆਂ ਕਾਫੀਆਂ ਵਿੱਚ ਸੋਜ, ਤੀਬਰਤਾ ਤੇ ਤੜਪ ਬਿਰਹਾ ਹੈ। ਮੇਰੇ ਮਾਹੀ ਕਿਉਂ ਚਿਰਲਾਇਆ ਏ, ਸਾਨੂੰ ਆ ਮਿਲ ਯਾਰ ਪਿਆਰਿਆ, ਜਾਂ ਟੂਣੇ ਟਾਮਣ ਕਰਕੇ ਨਹੀਂ ਮੈਂ ਪਿਆਰਾ ਯਾਰ ਮਨਾਵਾਂਗੀ। ਠੀਕ ਹੈ ਜੀ। 17 ਵਿੱਚ ਆਪਾਂ ਜਿਹੜੀਆਂ ਉਹਨਾਂ ਦੀਆਂ ਕਾਫੀਆਂ ਨੇ ਉਹਨਾਂ ਦੇ ਤੁਸੀਂ ਆਪਣੇ ਵੱਲੋਂ ਵੀ ਜੋ ਤੁਹਾਨੂੰ ਹੋਰ ਕੋਈ ਲੱਗਦਾ ਹੈ ਐਡ ਕਰ ਸਕਦੇ ਹੋ। ਮੈਂ ਤਾਂ ਸਿਰਫ ਇੱਕ ਕੋਸ਼ਿਸ਼ ਹੀ ਕੀਤੀ ਹੈ। ਠੀਕ ਹੈ ਜੀ। ਮਤਲਬ ਤੁਸੀਂ ਹੋਰ ਵੀ ਕੁਛ ਐਡ ਕਰ ਸਕਦੇ ਹੋ। ਮੁਰਸ਼ਦ ਦੇ ਵਿਛੋੜੇ ਦਾ ਇਲਾਜ। ਡਾਕਟਰ ਜੀਤ ਸਿੰਘ ਸੀਤਲ। ਆਪਾਂ ਥੋੜ੍ਹੇ ਜਿਹੇ ਜਿੱਦਾਂ ਲੇਖਕਾਂ ਦੇ ਨਾਮ ਦਾ ਜ਼ਿਕਰ ਕਰੀਏ ਤਾਂ ਜ਼ਿਆਦਾ ਵਧੀਆ ਰਹੇਗਾ ਨਾ। ਇਸ ਬਾਰੇ ਆਪਣੀ ਇੱਕ ਰਚਨਾ ਵਿੱਚ ਲਿਖਦੇ ਹਨ ਕਿ ਬੁੱਲੇ ਨੇ ਇਸਤਰੀ ਭੇਖ ਧਾਰ ਲਿਆ, ਸਰੰਗੀ ਫੜ ਲਈ ਅਤੇ ਕਿਸੇ ਗਾਉਣ ਵਾਲੀਆਂ ਪਾਸ ਜਾ ਰਹੇ ਜਿੱਥੇ ਉਸਨੇ ਨੱਚਣਾ ਸਿੱਖਿਆ, ਗਾਉਣ ਵਿੱਚ ਨਿਪੁੰਨਤਾ ਹਾਸਲ ਕੀਤੀ। ਜਦੋਂ ਉਹ ਨਿਪੁੰਨ ਹੋ ਗਿਆ ਤਾਂ ਖੋਜੀ ਅਤੇ ਵਜੰਤਰੀਆਂ ਨੂੰ ਨਾਲ ਲੈ ਕੇ ਉਸ ਰਾਹ 'ਤੇ ਮੁਜਰਾ ਕਰਨਾ ਸ਼ੁਰੂ ਕਰਤਾ ਜਿੱਥੋਂ ਦੀ ਸ਼ਾਹ ਇਨਾਇਤ ਰੋਜ਼ ਲੰਘਦੇ ਸੀ। ਬਿਰਹਾ ਵਿੱਚ ਰਾਤ ਪਰ ਜਾਰੋ ਜਾਰ ਰੋਣਾ ਉਸ ਦਾ ਨਿੱਤ ਦਾ ਵਿਹਾਰ ਹੋ ਚੁੱਕਾ ਸੀ। ਬੁੱਲੇ ਸ਼ਾਹ ਦਾ ਮੁਰਸ਼ਦ ਨਾਲ ਮਿਲਾਪ। ਕਾਨੂੰਨ ਹੈ ਇਸ਼ਕ ਦੇ ਸੰਪਾਦਕ ਕਿਤਾਬ ਹੈ ਅਨੁਸਾਰ ਬੁੱਲਾ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਲੈ ਕੇ ਉਸ ਸਮਾਜਿਕ ਦੇ
ਉਸ ਮਸਜਿਦ ਦੇ ਰਾਹ ਵੱਲ ਆਇਆ ਜਿੱਥੇ ਉਸਦੇ ਮੁਰਸ਼ਿਦ ਸ਼ਾਹ ਇਨਾਇਤ ਜੀ ਨਮਾਜ਼ ਪੜ੍ਹਦੇ ਸਨ। ਉਸ ਰਾਹ 'ਤੇ ਉਸਨੇ ਮਜ਼ਮਾ ਲਾਇਆ, ਠਾਠ ਜਮਾਇਆ ਤੇ ਆਪਣੇ ਮੁਰਸ਼ਿਦ ਦਾ ਇੰਤਜ਼ਾਰ ਕਰਨ ਲੱਗੇ। ਤੈ ਬਾਜੋ ਮੇਰਾ ਕੌਣ ਹੈ ਦਿਲ ਢਾਊ ਨਾ ਮੇਰਾ, ਆਓ ਇਨਾਇਤ ਕਾਦਰੀ ਜੀ ਚਾਹੇ ਮੇਰਾ, ਮੈਂ ਉਡੀਕਾਂ ਕਰ ਰਹੀ, ਮੈਂ ਉਡੀਕਾਂ, ਕਹਿੰਦੇ ਆਓ ਇਨਾਇਤ ਕਾਦਰੀ ਜੀ ਚਾਹੇ ਮੇਰਾ, ਮੈਂ ਉਡੀਕਾਂ ਕਰ ਰਹੀ, ਕਦੀ ਆ ਕਰ ਫੇਰਾ। ਬੁੱਲੇ ਸ਼ਾਹ ਨੇ ਜਨਾਨੇ ਕੱਪੜੇ ਪਾਏ ਹੋਏ ਸਨ, ਪੈਰੀ ਘੁੰਗਰੂ ਪਾਏ ਹੋਏ ਸਨ। ਬੁੱਲੇ ਨੇ ਆਪਣੇ ਪੀਰ ਨੂੰ ਉੱਥੇ ਖੜੇ ਦੇਖ ਕੇ ਗਾਉਣਾ ਸ਼ੁਰੂ ਕਰ ਦਿੱਤਾ, ਬਸ ਕਰ ਜੀ ਹੁਣ ਬਸ ਕਰ ਜੀ, ਕਾਈ ਗੱਲ ਹੱਸਾਂ ਨਾਲ ਹੱਸ ਕਰ ਜੀ, ਤੂੰ ਮੋਇਆਂ ਨੂੰ ਮਾਰ ਮੁੱਕਦਾ ਸਾਏ, ਫੜ ਕਿੱਦੋਂ ਵਾਂਗ ਕੁੱਟਦਾ ਜਾਏ। ਇਹ ਆਪਾਂ ਪੜ੍ਹਦੇ ਨਾ, ਇਹ BA 'ਚ ਵੀ ਲੱਗੀ ਹੁੰਦੀ ਆ, ਬਸ ਕਰ ਜੀ ਹੁਣ ਬਸ ਕਰ ਜੀ, ਠੀਕ ਹੈ, ਸੂਫੀ ਕਾਵ ਦੇ ਵਿੱਚ। ਡਾਕਟਰ ਜੀਤ ਸਿੰਘ ਜੀ ਸੀਤਲ ਅਨੁਸਾਰ ਇਹ ਸੁਣ ਕੇ ਸ਼ਾਹ ਇਨਾਇਤ ਨੇ ਪੁਕਾਰ ਕੇ ਆਖਿਆ, ਵੇ ਤੂੰ ਬੁੱਲਾ ਹੈ। ਬੁੱਲਾ ਦੌੜ ਕੇ ਆਪਣੇ ਮੁਰਸ਼ਿਦ ਦੇ ਚਰਨੀ ਡਿੱਗਾ ਤੇ ਸੇਜ਼ਲ ਅੱਖਾਂ ਨਾਲ ਅਰਜ਼ ਕੀਤੀ, ਜੀ ਹਜ਼ਰਤ ਭੁੱਲਾ ਹਾਂ, ਬੁੱਲਾ ਨਹੀਂ। ਕਿੰਨੀਆਂ ਸੋਹਣੀਆਂ ਲਾਈਨਾਂ ਕਹੀਆਂ ਨਾ। ਸ਼ਾਹ ਇਨਾਇਤ ਹੱਸ ਪਏ, ਬੁੱਲੇ ਨੂੰ ਉਠਾਇਆ ਤੇ ਆਪਣੇ ਗਲ ਨਾਲ ਲਾਇਆ। ਬੁੱਲੇ ਦੇ ਤਪਦੇ ਹਿਰਦੇ ਨੂੰ ਠੰਡ ਪੈ ਗਈ। ਬੁੱਲੇ ਦਾ ਸਮਾਂ, ਹੁਣ ਸਮਾਂ ਇੰਪੋਰਟੈਂਟ ਆ। ਬੁੱਲੇ ਸ਼ਾਹ ਦਾ ਇਤਿਹਾਸਿਕ ਸਮਾਂ 1680 ਤੋਂ 1758 ਈਸਵੀ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਹ ਸਮਾਂ ਜਿੱਥੇ ਰਾਜਸੀ ਹਨੇਰਗਰਦੀ ਤੇ ਘੋਰ ਅਤਿਆਚਾਰ ਦਾ ਸਮਾਂ ਸੀ, ਉੱਥੇ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਵੀ ਹੈ। ਤੁਹਾਨੂੰ ਪਤਾ ਹੀ ਹੈ ਕਿ 1680 ਤੇ 1758 ਦੇ ਦਰਮਿਆਨ ਕੀ ਕੀ ਚੀਜ਼ਾਂ ਹੋਈਆਂ। ਔਰੰਗਜ਼ੇਬ ਦਾ ਵੀ ਸੀ ਨਾ ਰਾਜ ਵਗੈਰਾ। ਆਪ ਸਾਰੀ ਉਮਰ ਕੁਆਰੇ ਰਹੇ ਤੇ ਬ੍ਰਹਮਚਾਰੀ ਜੀਵਨ ਜਿਉਂਦੇ ਰਹੇ। 1171 ਹਿਜਰੀ ਮੁਤਾਬਿਕ 1758 ਵਿੱਚ ਆਪ ਚਲਾਣਾ ਕਰ ਗਏ। ਰਚਨਾਵਾਂ, ਬੁੱਲੇ ਸ਼ਾਹ ਨੇ ਲਿਖਿਆ ਬਹੁਤ ਕੁਝ ਹੈ, ਪਰ ਉਸਦੀਆਂ ਰਚਨਾਵਾਂ ਦਾ ਉਹਨੇ ਆਪਣੇ ਸਮੇਂ ਕੋਈ ਦੀਵਾਨ ਤਿਆਰ ਨਹੀਂ ਕੀਤਾ, ਮਤਲਬ ਦੀਵਾਨ ਤਿਆਰ ਨਹੀਂ ਹੋ ਸਕਿਆ। ਅੱਜ ਕੱਲ੍ਹ ਪੰਜਾਬੀ ਵਿੱਚ ਸਾਈਂ ਬੁੱਲੇ ਸ਼ਾਹ ਦਾ ਕਲਾਮ ਸ਼ਿਰਫੀਆਂ, ਦੋੜੇ, ਬਾਰਾਂਮਾਹ, ਗੰਢਾਂ, ਠਵਾਰੇ ਆਦਿ ਕਾਵਿ ਰੂਪਾਂ ਵਿੱਚ ਲਿਖਿਆ ਮਿਲਦਾ ਹੈ। ਮੋਹਨ ਸਿੰਘ ਦੀਵਾਨਾ ਨੇ ਉਸ ਦੀਆਂ ਪੰਜਾਬੀ ਕਾਫੀਆਂ ਦਾ ਸੰਗ੍ਰਹਿ ਛਾਪਿਆ ਹੈ। ਇਸ ਤੋਂ ਬਿਨਾਂ ਉਹ ਹੋਰ ਵਿਦਵਾਨਾਂ ਰਾਹੀਂ ਵੀ ਸਮੇਂ-ਸਮੇਂ 'ਤੇ ਉਹਨਾਂ ਦੀ ਰਚਨਾਵਾਂ ਦੇ ਸੰਗ੍ਰਹਿ ਛਪਦੇ ਰਹੇ। ਬੁੱਲੇ ਸ਼ਾਹ ਦਾ ਜੋ ਕਲਾਮ ਛਾਪਿਆ ਜਾ ਚੁੱਕਾ ਉਸ ਦਾ ਵੇਰਵਾ ਹੈ। 156 ਕਾਫੀਆਂ ਨੇ, 3 ਸ਼ਰੀਫੀਆਂ ਨੇ, 48 ਦੋਹੜੇ, 1 ਬਾਰਾਂਮਾਹ ਤੇ ਪਰ ਗੰਢਾਂ, 40 ਗੰਢਾਂ ਤੇ 1 ਅਠਵਾਰਾ। ਇਹ ਤਾਂ ਆਪਾਂ 12ਵੀਂ 'ਚ ਵੀ ਪੜ੍ਹਦੇ ਨਾ, ਮੱਧਕਾਲੀਨ ਕਾਵਿ ਝਲਕਾਂ ਤੇ ਇਤਿਹਾਸ ਵਿੱਚ। ਫਿਰ ਚਲੋ ਇੱਕ ਵਾਰੀ ਫਿਰ ਵੀ ਰਿਵਾਈਜ਼ ਕਰਨਾ ਜ਼ਰੂਰੀ ਆ। ਬੁੱਲੇ ਸ਼ਾਹ ਦੀ ਵਧੇਰੇ ਪ੍ਰਸਿੱਧੀ ਉਸਦੀਆਂ ਕਾਫੀਆਂ ਕਰਕੇ ਹੋਈ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮੇਰੀ ਇਹ ਕੋਸ਼ਿਸ਼ ਸੀ ਛੋਟੀ ਜੀ, ਚਲੋ ਕਿਸੇ ਨੂੰ ਜ਼ਰੂਰਤ ਹੋਈ ਤਾਂ ਨੋਟ ਕਰ ਲੈਣਾ। ਠੀਕ ਹੈ ਜੀ, ਤੇ ਬਾਕੀ ਤੁਸੀਂ ਆਪ ਹੋਰ ਵੀ ਐਡ ਕਰ ਸਕਦੇ ਆ। ਹੋਰ ਕੋਈ ਸਵਾਲ ਤਿਆਰ ਕਰਾਂਗੇ ਤਾਂ ਜ਼ਰੂਰ ਪੇਸ਼ ਕਰਾਂਗੇ। ਧੰਨਵਾਦ ਜੀ। ਕੋਈ ਕਮੀ ਪੇਸ਼ੀ ਹੋਈ ਤਾਂ ਜ਼ਰੂਰ ਦੱਸਣਾ ਜੀ। ਰੱਬ ਰੱਖਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਰੱਬ ਰੱਖਾ।